ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਸੀਨੀਅਰ ਬੀਜੇਪੀ ਆਗੂ ਹਰਜੀਤ ਗਰੇਵਾਲ ਵੱਲੋਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ, ਜਿਹਦਾ ਜਵਾਬ ਵੀ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ। ਪਹਿਲਾਂ ਜਾਣ ਲੈਂਦੇ ਹਾਂ ਕਿ ਉਹ ਚਿੱਠੀ ਕਿਉਂ ਲਿਖੀ ਗਈ, ਕੀ ਵਜ੍ਹਾ ਰਹੀ। ਸਾਡੇ ਨਾਲ ਹਰਜੀਤ ਗਰੇਵਾਲ ਜੀ ਮੌਜੂਦ ਨੇ। ਗਰੇਵਾਲ ਸਾਹਿਬ, ਕਿਸਾਨੀ ਦੇ ਮੁੱਦੇ 'ਤੇ ਤੁਸੀਂ ਲਗਾਤਾਰ ਗੱਲ ਕਰਦੇ ਹੋ, ਕਿਸਾਨਾਂ ਦੇ ਟਾਚੇ 'ਚੋਂ, ਤੇ ਅੱਜ ਐਸਜੀਪੀਸੀ ਨੂੰ ਚਿੱਠੀ ਲਿਖਣੀ ਪੈ ਗਈ, ਕੀ ਵਜ੍ਹਾ ਹੈ? ਐਸਜੀਪੀਸੀ ਨੂੰ ਚਿੱਠੀ ਲਿਖਣ ਦਾ ਕਾਰਨ ਸੀ ਐਸਜੀਪੀਸੀ ਦੀ ਇਸ ਦਖਲਅੰਦਾਜ਼ੀ ਨਾਲ ਇਸ ਨੂੰ ਸਿੱਖ ਅੰਦੋਲਨ ਬਣਾਉਣ ਦੀ ਕੋਸ਼ਿਸ਼ ਸੀ ਔਰ ਰੰਗਤ ਕਮਿਊਨਲ ਰੰਗਤ ਜਿਹੜੀ ਹੈ, ਫਿਰਕੂ ਰੰਗਤ ਦੇਣ ਦੀ ਵੀ ਕੋਸ਼ਿਸ਼ ਸੀ। ਤੇ ਇਸ ਕਰਕੇ ਕਹਿਣਾ ਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਲੰਗਰ ਦੀ ਸੇਵਾ ਕਰ ਸਕਦੀ ਹੈ, ਪਰ ਸਾਰਿਆਂ ਨਾਲ ਬਰਾਬਰ ਵਿਵਹਾਰ ਹੁੰਦਾ ਲੰਗਰ 'ਚ ਵੀ। ਸੰਗਤ ਤੇ ਪੰਗਤ ਗੁਰੂ ਸਾਹਿਬ ਦਾ ਸਿਧਾਂਤ ਆ। ਔਰ ਬਾਕੀ ਵੀ ਜਿਹੜੀਆਂ ਚੀਜ਼ਾਂ ਨੇ, ਸੇਵਾ ਤੇ ਸਿਮਰਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਹੈਗਾ। ਪਰ ਕੀ ਬਾਕੀ ਅੰਦੋਲਨ ਦੇਸ਼ ਚੱਲਦੇ ਆ, ਉਹਨਾਂ ਲਈ ਵੀ ਟੈਂਪਰੇਰੀ ਸ਼ੈੱਡ ਬਣਾ ਕੇ ਦਿੱਤੇ ਜਾਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ? ਉਹ ਅੱਗੇ ਉਦਾਹਰਨ ਕੀ ਦਿੰਦੇ, ਅਸੀਂ ਕੁਦਰਤੀ ਆਫਤਾਂ ਦੇ ਲਈ ਇੱਦਾਂ ਕਰਦੇ ਹਾਂ। ਉਹ ਤਾਂ ਕਰਨਾ ਹੀ ਹੁੰਦਾ, ਉਹ ਕੋਈ ਸਰਕਾਰ ਦੇ ਖਿਲਾਫ ਅੰਦੋਲਨ ਥੋੜ੍ਹਾ ਹੁੰਦਾ, ਉਹ ਤਾਂ ਸਰਕਾਰ ਦਾ ਸਹਿਯੋਗ ਹੁੰਦਾ, ਸਮਾਜ ਦਾ ਸਹਿਯੋਗ ਹੁੰਦਾ। ਇਹ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਆ ਜਿਹਦੇ 'ਚ ਸਿੱਧੇ ਪ੍ਰਧਾਨ ਮੰਤਰੀ 'ਤੇ ਹਮਲੇ ਹੋ ਰਹੇ ਆ ਔਰ ਦੇਸ਼ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ 26 ਜਨਵਰੀ ਵਾਲਾ ਕੰਮ ਹੋਇਆ, ਉਹ ਤਾਂ ਮੋਦੀ ਜੀ ਔਰ ਅਮਿਤ ਸ਼ਾਹ ਜੀ ਔਰ ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ। ਇਹ ਜਿਹੜੇ ਮਾਓਵਾਦੀ ਨੇ, ਜਿਹੜੇ ਇਸ ਤਰ੍ਹਾਂ ਦੇ ਹੋਰ ਅਨਸਰ ਨੇ, ਉਹ ਤਾਂ ਇਹ ਕਰਨਾ ਚਾਹੁੰਦੇ ਸੀ ਵੀ ਜਿਹੜੀ ਸਰਕਾਰ ਆ ਉਹ ਸਿੱਖਾਂ ਦੀ ਕਾਤਲ ਆ, ਜਿੱਦਾਂ ਕਾਂਗਰਸ ਨੂੰ ਦਿਖਾਇਆ ਹੋਇਆ। ਕਾਂਗਰਸ ਤਾਂ ਹੈਗੀ ਆ, ਪਰ ਅਸੀਂ ਤਾਂ ਮੋਦੀ ਜੀ ਨੇ ਸਿੱਖਾਂ ਦੇ ਲਈ ਇੰਨੇ ਜ਼ਿਆਦਾ ਕੰਮ ਕੀਤੇ ਆ, ਕਿਸਾਨਾਂ ਲਈ, ਜਿਹਦੇ ਲਈ ਉਹਨਾਂ ਦੇ ਧੰਨਵਾਦੀ ਹੋਣਾ ਚਾਹੀਦਾ। ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਤਾਂ ਦਿੱਲੀ ਪੁਲਿਸ ਨੇ ਨਾ ਲਾਠੀ ਚਲਾਈ, ਨਾ ਗੋਲੀ ਚਲਾਈ, ਨਾ ਸਭ ਕੁਛ ਹੁੰਦੇ ਹੋਏ 30-30 ਫੁੱਟ ਤੋਂ ਨੀਚੇ ਗਿਰੇ ਨੇ। ਔਰ ਇਹਨਾਂ ਲੋਕਾਂ ਨੇ ਆਪਣਾ ਜਿਹੜਾ ਕਰਾਰ ਸਰਕਾਰ ਦੇ ਨਾਲ ਕੀਤਾ ਸੀ ਉਹ ਵੀ ਤੋੜਿਆ। ਤੁਸੀਂ ਚਿੱਠੀ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਐਸਜੀਪੀਸੀ ਫਰਕੂ ਰੰਗ ਦੇਣਾ ਚਾਹੁੰਦੀ ਅੰਦੋਲਨ ਨੂੰ, ਪਰ ਫਰਕੂ ਰੰਗ, ਜੇ ਮਜ਼ਹਬੀ ਰੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਂ ਬੀਜੇਪੀ ਵੱਲੋਂ ਵੀ ਦਿੱਤੇ ਜਾ ਰਹੇ ਨੇ। ਪਹਿਲਾਂ ਨਕਸਲਾਈਟ, ਅਰਬਨ ਨਕਸਲਾਈਟ ਕਿਹਾ ਗਿਆ, ਖਾਲਿਸਤਾਨੀ ਕਿਹਾ ਗਿਆ, ਪਾਕਿਸਤਾਨੀ ਤੋਂ ਆਇਆ ਗਿਆ, ਤੇ ਮਜ਼ਹਬੀ ਰੰਗ ਤਾਂ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ। ਇਹ ਮਜ਼ਹਬੀ ਰੰਗ ਆ। ਇਹ ਜਿਹੜਾ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ, ਇਨਸਾਨ ਨੂੰ ਉਹਦੇ ਕੰਮਾਂ ਤੋਂ ਦੇਖਿਆ ਜਾਂਦਾ ਨਾ। ਜਦੋਂ ਉੱਥੇ ਤਾਹਿਰ ਹੁਸੈਨ ਦੀਆਂ ਫੋਟੋ ਹੱਥ 'ਚ ਫੜਾਤੀਆਂ, ਜਿਹੜਾ ਦਿੱਲੀ ਦੰਗਿਆਂ ਦਾ ਦੋਸ਼ੀ ਹੈ, ਔਰ ਉਹਨਾਂ ਨੇ ਉਸ ਤੋਂ ਬਾਅਦ ਸਾਜਿਦ ਦੀਆਂ ਫੋਟੋ ਪਕੜਾਤੀਆਂ, ਟੁਕੜੇ ਟੁਕੜੇ ਗੈਂਗ ਦੀਆਂ, ਔਰ ਉਸ ਤੋਂ ਬਾਅਦ ਅਰਬਨ ਨਕਸਲਾਈਟਸ ਦੀਆਂ ਪਕੜਾਤੀਆਂ। ਜਦੋਂ ਤੁਹਾਡੇ ਪੱਤਰਕਾਰਾਂ ਨੇ ਜਾ ਕੇ ਪੁੱਛਿਆ, ਉਹ ਜਿਹੜੀਆਂ ਮਹਿਲਾਵਾਂ ਦੇ ਹੱਥ 'ਚ ਸੀ, ਉਹ ਵਿਚਾਰੀਆਂ ਭੋਲੀਆਂ ਭਾਲੀਆਂ ਸੀ। ਉਹਨਾਂ ਨੇ ਕਿਹਾ ਸਾਡੀ ਜਥੇਬੰਦੀ ਨੇ ਸਾਨੂੰ ਇਹ ਦਿੱਤੀਆਂ ਨੇ ਫੋਟੋ, ਸਾਨੂੰ ਨਹੀਂ ਪਤਾ ਇਹ ਕਿਹਦੀਆਂ ਨੇ, ਕੀ ਆ। ਉਸ ਤੋਂ ਬਾਅਦ ਜਥੇਬੰਦੀ ਦੇ ਲੀਡਰ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਜੀ ਨੂੰ ਪੁੱਛਿਆ ਗਿਆ, ਉਹ ਕਹਿੰਦਾ ਸਾਡੀ ਵਿਚਾਰਧਾਰਾ ਇਹ ਤਾਂ ਅਸੀਂ ਕਰਨਾ ਹੀ ਆ, ਲੈ ਕੇ ਮੁੱਦਾ ਚੱਲਣਾ ਹੀ ਆ। ਕੌਣ ਲੈ ਕੇ ਚੱਲਦੇ ਆ ਜੀ? ਕਿਹੜੀ ਪਾਰਟੀ ਆ ਉਹ? ਕਮਿਊਨਿਸਟ ਪਾਰਟੀ, ਮਾਰਕਸਿਸਟ, ਲੈਨਿਸਟ, ਨਾਗੀ ਰੈਡੀ ਗਰੁੱਪ ਆ ਜੋਗਿੰਦਰ ਸਿੰਘ ਉਗਰਾਹਾਂ। ਉਹਨੂੰ ਮਾਓਵਾਦੀ ਕਹਿੰਦੇ ਆ ਜਾਂ ਨਹੀਂ ਕਹਿੰਦੇ? ਔਰ ਉਸ ਤੋਂ ਬਾਅਦ ਉਹ ਕੰਮਾਂ ਨਾਲ ਦੇਖੋਗੇ ਤਾਂ ਅਸੀਂ ਕਿਹਾ ਨਾ। ਅਤੇ ਮੈਂ ਅੱਜ ਵੀ ਕਹਿਣਾ ਭਈ ਇਹ ਨਕਸਲਾਈਟਾਂ ਨੂੰ, ਮਾਓਵਾਦੀਆਂ ਨੂੰ ਔਰ ਕਮਿਊਨਿਸਟਾਂ ਨੂੰ ਇੱਕ ਤਰਫ ਕਰ ਦਿਓ, ਸਿੱਧੇ ਕਿਸਾਨ ਸਾਡੇ ਨਾਲ ਗੱਲ ਕਰਨ। ਅਸੀਂ ਕਿਸਾਨਾਂ ਦਾ ਮਸਲਾ 10 ਮਿੰਟ 'ਚ ਨਿਪਟਿਆ ਹੋਇਆ ਸਰਕਾਰ ਨਾਲ। ਇਹ ਨਹੀਂ ਨਿਪਟਣ ਦਿੰਦੇ, ਇਹ ਸਮਝੌਤਾ ਨਹੀਂ ਹੋਣ ਦਿੰਦੇ। ਸਾਰੀਆਂ ਗੱਲਾਂ ਮੰਨ ਲਈਆਂ ਨੇ ਜੋ ਕਹਿੰਦੇ ਸੀ। ਇਹ ਕਿਸਾਨਾਂ ਨੂੰ ਗਲਤ ਸਮਝਾ ਕੇ ਲੈ ਗਏ ਕਿ ਤੁਹਾਡੀ ਜ਼ਮੀਨ ਖੋਹ ਕੇ ਅਡਾਨੀ ਤੇ ਅੰਬਾਨੀ ਨੂੰ ਦੇ ਦੇਣੀ ਹੈ। ਜਦੋਂ ਕਿਸਾਨ ਦੀ ਔਰ ਜੱਟ ਦੀ ਜ਼ਮੀਨ ਖੋਹਣ ਦੀ ਗੱਲ ਆਉਂਦੀ ਹੈ, ਉਹ ਮਰਨ ਮਾਰਨ 'ਤੇ ਹੋ ਜਾਂਦਾ। ਉਹ ਮਰਨ ਮਾਰਨ 'ਤੇ ਹੋ ਕੇ ਗਏ ਨੇ, ਉਹ ਜੈਨੂਨ ਕਿਸਾਨ ਨੇ। ਪਰ ਇਹ ਜਿਹੜੇ ਲੀਡਰ ਨੇ, ਇਹਨਾਂ 'ਚੋਂ ਅੱਧ ਦੇ ਕਰੀਬ ਜੈਨੂਨ ਨਹੀਂ ਹੈਗੇ। ਇਹ ਉਹੀ ਨੇ ਜਿਹੜੇ ਤੁਸੀਂ ਕਹਿੰਦੇ ਹੋ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਜਵਾਬ ਆਉਂਦਾ, ਉਹ ਕਹਿੰਦੇ ਨੇ ਕਿ ਸਮਾਜ ਸੇਵਾ ਦਾ ਜੋ ਰਾਹ ਗੁਰੂ ਸਾਹਿਬਾਨ ਨੇ ਦਿਖਾਇਆ, ਅਸੀਂ ਉਹ 'ਤੇ ਚੱਲ ਰਹੇ ਹਾਂ, ਅਸੀਂ ਸਮਾਜ ਸੇਵਾ ਕਰ ਰਹੇ ਹਾਂ। ਜੇ ਗੁਰੂ ਸਾਹਿਬਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹੀ ਰਸਤਾ ਦਿਖਾਇਆ। ਇੱਕ ਮਿੰਟ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਗੁਰੂ ਸਾਹਿਬਾਨਾਂ ਨੇ ਨਾਲ ਹੋਰ ਕੀ ਦਿਖਾਇਆ, ਕਿ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਵਹਾਰ, ਨਾ ਕੋਈ ਊਚ, ਨਾ ਕੋਈ ਨੀਚ, ਨਾ ਕੋਈ ਜਾਤ, ਨਾ ਕੋਈ ਪਾਤ। ਅਤੇ ਉਹ ਫਿਰ ਬਾਕੀ ਅੰਦੋਲਨ ਜਿਹੜੇ ਚੱਲਦੇ ਆ ਦੇਸ਼ ਦੇ ਅੰਦਰ, ਉਹਨਾਂ ਅੰਦੋਲਨਾਂ 'ਚ ਵੀ ਇਸ ਤਰ੍ਹਾਂ ਟੈਂਪਰੇਰੀ ਸ਼ੈੱਡ ਅਤੇ ਸਾਰੀਆਂ ਵਿਵਸਥਾ ਕਰਨਗੇ। ਇਹ ਸਵਾਲ ਆ ਮੇਰਾ ਉਹਨਾਂ ਨੂੰ, ਇੱਥੇ ਸਪੈਸ਼ਲ ਕਿਉਂ ਕਰ ਰਹੇ ਹੋ?
ਲੰਗਰ ਦੀ ਵਿਵਸਥਾ ਤੁਸੀਂ ਕਿਤੇ ਵੀ ਕਰ ਸਕਦੇ ਹੋ, ਠੀਕ ਹੈ, ਕਿਸੇ ਲਈ ਵੀ ਕਰ ਸਕਦੇ ਹੋ, ਗੁਰੂ ਦਾ ਲੰਗਰ ਆ ਚੱਲਦਾ। ਪਰ ਇਹ ਜਿਹੜੀਆਂ ਵਿਵਸਥਾਵਾਂ ਨੇ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ। ਸ਼੍ਰੋਮਣੀ ਕਮੇਟੀ ਦਾ ਜਿਹੜਾ ਕੰਮ ਆ ਉਹ ਨਹੀਂ ਹੋ ਰਿਹਾ। ਸ਼੍ਰੋਮਣੀ ਕਮੇਟੀ ਦਾ ਕੰਮ ਆ ਕਿ ਸਿੱਖਾਂ ਦੀ ਜਿਹੜੀ ਦਿੱਖ ਦੁਨੀਆ ਦੇ ਅੰਦਰ ਆ ਉਹ ਠੀਕ ਰਹੇ। ਉਹਨਾਂ ਨੂੰ ਮੁਸਲਿਮ ਸਮਝ ਕੇ ਉਹਨਾਂ ਤੇ ਹਮਲੇ ਕਰ ਦਿੱਤੇ ਜਾਂਦੇ ਆ, ਹੱਤਿਆਵਾਂ ਹੋ ਜਾਂਦੀਆਂ ਨੇ। ਉਹਦੇ ਲਈ ਪੂਰੀ ਦੁਨੀਆ ਨੂੰ ਦੱਸਣਾ ਕਿ ਸਿੱਖ ਕੀ ਨੇ। ਔਰ ਉਸ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਇਤਿਹਾਸਕ ਗੁਰਦੁਆਰਾ ਸਾਹਿਬਾਨ, ਉਹਨਾਂ ਦੀ ਸਾਂਭ ਸੰਭਾਲ, ਉੱਥੇ ਸੰਗਤਾਂ ਦੀ ਸਹੂਲਤ ਦਾ ਕੰਮ। ਫਿਰ ਸਿੱਖ ਬੱਚੇ ਜਿਹੜੇ ਆ ਉਹ IAS IPS ਔਰ ਹੋਰ ਕੰਪੀਟੀਟਿਵ ਐਗਜ਼ਾਮਾਂ 'ਚ ਬਹੁਤ ਪਿੱਛੇ ਰਹਿ ਗਏ ਨੇ। ਉਹਨਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਔਰ ਉਹਨਾਂ ਨੂੰ ਉਸ ਤਰ੍ਹਾਂ ਦਾ ਰਸਤਾ ਦਿਖਾਉਣਾ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਨੇ। ਬਾਬੇ ਨਾਨਕ ਦੀ ਜੇ ਗੱਲ ਕੀਤੀ ਜਾਵੇ, ਬਾਬੇ ਨਾਨਕ ਨੇ ਵੀ ਖੇਤੀ ਨੂੰ ਵਡਿਆਇਆ। ਭਾਈ ਕਨਿਆ ਸਿੰਘ ਜੀ ਦੀ ਉਦਾਹਰਣ ਅਸੀਂ ਲੈ ਸਕਦੇ ਹਾਂ। ਉਹਨਾਂ ਨੇ ਵੀ ਪਾਣੀ ਪਿਲਾਇਆ, ਸੇਵਾ ਕੀਤੀ। ਸੇਵਾ ਕਰਨ 'ਚ ਤਾਂ ਕੋਈ ਬੁਰਾ ਹਰਜ ਨਹੀਂ ਹੈ। ਸੇਵਾ ਤੋਂ ਕੌਣ ਮਨਾ ਕਰਦਾ, ਪਰ ਸੇਵਾ ਸਭ ਦੀ। ਭਾਈ ਕਨਈਆ ਦਾ ਬਾਰੇ ਪਤਾ ਤੁਹਾਨੂੰ? ਭਾਈ ਕਨਈਆ ਜਾ ਕੇ ਜਿਹੜੇ ਮੁਗਲ ਸੈਨਿਕ ਪਏ ਸੀ ਯੁੱਧ ਦੇ ਵਿੱਚ, ਉਹਨਾਂ ਨੂੰ ਪਾਣੀ ਪਿਲਾਉਂਦੇ ਸੀ। ਲੋਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਗੁਰੂ ਸਾਹਿਬ ਨੂੰ ਕਿ ਭਾਈ ਇਹ ਤਾਂ ਸਾਡੇ ਜਿਹੜੇ ਵਿਰੋਧੀ ਨੇ, ਜਿਨ੍ਹਾਂ ਨੂੰ ਅਸੀਂ ਮਾਰਦੇ ਹਾਂ, ਉਹ ਸਾਨੂੰ ਮਾਰਦੇ ਆ, ਯੁੱਧ ਕਰਦੇ ਆ, ਉਹਨਾਂ ਨੂੰ ਵੀ ਪਾਣੀ ਪਿਲਾ ਰਿਹਾ। ਤੇ ਗੁਰੂ ਸਾਹਿਬ ਨੇ ਬੁਲਾ ਲਿਆ ਵੀ ਭਾਈ ਸਾਹਿਬ ਇਹ ਕੀ ਆ? ਉਹਨੇ ਕੀ ਕਿਹਾ ਕਿ ਇਹ ਤਾਂ ਸਾਰੇ ਤੋ ਸਭੀ ਇੱਕੋ ਪਹਿਚਾਨ, ਮੈਨੂੰ ਤਾਂ ਤੁਹਾਡਾ ਹੀ ਰੂਪ ਦਿਖਾਈ ਦਿੰਦੇ ਆ। ਤੇ ਇਸੇ ਤਰ੍ਹਾਂ ਦਾ ਰੂਪ ਬਾਕੀ ਅੰਦੋਲਨਾਂ 'ਚ ਵੀ ਦਿਖਾਉਣਗੇ ਬੀਬੀ ਜਗੀਰ ਕੌਰ। ਬਾਕੀ ਅੰਦੋਲਨਾਂ 'ਚ ਇਹ ਦਿਖਾਉਣ, ਜੋ ਕਰ ਸਕਦੇ ਆ ਉਹ ਕਰਨ। ਇੱਕ ਅੰਦੋਲਨ ਲਈ ਸਪੈਸ਼ਲ ਕੁਛ ਨਾ ਕਰਨ ਔਰ ਉਹਨੂੰ ਰੰਗਤ ਨਾ ਇੱਦਾਂ ਦੀ ਦੇਣ। ਇਹ ਸਿੱਖ ਅੰਦੋਲਨ ਨਹੀਂ ਹੈ। ਔਰ ਕੋਸ਼ਿਸ਼ ਇਹ ਕੀਤੀ ਗਈ, ਔਰ ਜਿਹੜਾ 26 ਜਨਵਰੀ ਨੂੰ ਕੀਤਾ ਗਿਆ, ਉਹ ਤਾਂ ਵਿਦੇਸ਼ਾਂ 'ਚ ਸਾਜ਼ਿਸ਼ਾਂ ਹੋਈਆਂ ਨੇ। ਕੱਲਾ SGPC ਨੂੰ ਲੰਗਰ, ਉੱਥੇ ਹੋਰ ਬਹੁਤ ਸੰਸਥਾਵਾਂ ਵੱਲੋਂ ਹੈਗਾ। ਜੇ ਮੁਸਲਮਾਨ ਵੀਰਾਂ ਦੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਵੀ ਸੇਵਾ ਨਿਭਾਈ ਜਾਏ। ਉਹਨਾਂ ਨੂੰ ਕੋਈ ਨਹੀਂ ਰੋਕਦਾ, ਸਮਾਜਿਕ ਸੰਸਥਾਵਾਂ ਕਰਨ। ਲੰਗਰ ਤੋਂ ਇਹਨਾਂ ਨੂੰ ਵੀ ਨਹੀਂ ਕੋਈ ਰੋਕਦਾ। ਲੰਗਰ ਤਾਂ ਗੁਰਦੁਆਰਾ ਕੰਮ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਨਹੀਂ ਗੱਲ ਹੈ। ਪਰ ਜਿਹੜੀਆਂ ਬਾਕੀ ਟੈਂਪਰੇਰੀ ਸ਼ੈੱਡ, ਮੂਵੇਬਲ ਟਾਇਲਟਸ, ਪੱਖੇ ਸਪੈਸ਼ਲ ਲਗਾ ਕੇ ਦੇਣਾ, ਉਹ ਦੇਣਾ, ਇਹ ਜਿਹੜਾ ਸਾਰਾ ਕੰਮ ਆ ਇਹ ਨਹੀਂ ਹੁੰਦਾ। ਸਮਾਜ ਭਲਾਈ ਲਈ ਹੋ ਰਿਹਾ, ਲੋਕਾਂ ਦੇ ਲਈ ਕੰਮਾਂ ਲਈ ਹੋ ਰਿਹਾ। ਲੋਕਾਂ ਦੇ ਹੁਣ ਲੋਕੀ ਉੱਥੇ ਇੰਨਾ ਸਮਾਂ ਦੇਖੋ, ਗਰੇਵਾਲ ਸਾਹਿਬ 4 ਮਹੀਨੇ ਹੋ ਗਏ ਬੈਠਿਆਂ ਨੂੰ, ਤੇ ਲੋੜ ਤਾਂ ਹੈਗੀ। ਕਿਹਨੇ ਬਿਠਾਏ ਹੋਇਆ? ਇਹ ਗੁੰਮਰਾਹ ਕਰਕੇ ਬਿਠਾਉਂਦੇ ਆ, ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ। ਇਹ ਗੁੰਮਰਾਹ ਕਰਕੇ ਬਿਠਾਉਂਦੇ ਆ, ਇਹ ਉਹਦੇ ਸਾਜ਼ਿਸ਼ ਕਰਤਾ ਨੇ। ਇਹ ਸ਼੍ਰੋਮਣੀ ਅੰਦੋਲਨ ਕਮੇਟੀ ਨਹੀਂ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਬੀਬੀ ਜੀ ਨੂੰ ਇਹ ਵੀ ਸਮਝਣਾ ਚਾਹੀਦਾ। ਤੇ ਸਰਕਾਰ ਦੇ ਖਿਲਾਫ ਬਗਾਵਤ ਨਹੀਂ ਕਰਵਾਉਣੀ ਚਾਹੀਦੀ। ਤਾਂ ਕਹਿ ਰਹੇ ਨੇ ਕਿ ਅਸੀਂ ਲੋਕਾਂ ਦੇ ਲਈ ਕਰ ਰਹੇ ਹਾਂ, ਕਿਉਂਕਿ ਉੱਥੇ ਹੁਣ ਨੀਡ ਬਣ ਚੁੱਕੀ ਆ। ਚਾਹੇ ਗਰਮੀ ਦਾ ਮੌਸਮ ਆ ਤੇ ਪੱਖਿਆਂ ਦੀ ਵੀ ਤਾਂ ਲੋੜ ਹੈ। ਲੋਕੀ ਬਾਕੀ ਦੁਨੀਆ ਸਾਰੀ ਕਰ ਰਹੀ ਹੈ। ਔਰ ਹਰ ਇੱਕ ਪਰ ਏਕੜ ਕਿਸਾਨ ਪੈਸਾ ਇਕੱਠਾ ਕਰਕੇ ਭੇਜਦੇ ਆ। ਪੈਸੇ ਦੀ ਕੋਈ ਕਮੀ ਨਹੀਂ ਹੈ। ਇਹਨਾਂ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਕੰਮਾਂ 'ਚ। ਜਿਹੜੇ ਕੰਮ ਇਹਨਾਂ ਨੇ ਕਰਨੇ ਆ, ਇਹ ਉਹ ਕੰਮ ਕਰਨ। ਉਸ ਕੰਮ ਦੀ ਬਜਾਏ ਇਹ ਸਰਕਾਰ ਵਿਰੋਧੀ ਅੰਦੋਲਨ 'ਚ ਪੈ ਗਏ ਆ। ਇਹ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਆ? ਇਹ ਤਾਂ ਆਪਾਂ ਕਿਸਾਨਾਂ ਦੀ ਗੱਲ ਕਰ ਲੈਂਦੇ। ਕਿਸਾਨਾਂ ਵੱਲੋਂ ਜਿੱਥੇ 5 ਰਾਜੇ ਆ, ਜਿਹੜੇ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਿਹਾ, ਉਹਨਾਂ ਵਿੱਚ ਵੀ ਜਾ ਕੇ BJP ਦੇ ਖਿਲਾਫ ਪ੍ਰਚਾਰ ਕਰਨ ਦੀ ਗੱਲ ਕੀਤੀ ਜਾ ਰਹੀ। ਕਿਹਾ ਜਾ ਰਿਹਾ ਅਸੀਂ ਲੋਕਾਂ ਨੂੰ ਪ੍ਰਚਾਰ ਕਰਾਂਗੇ, BJP ਨੂੰ ਵੋਟ ਨਾ ਪਾਉਣ, ਹੋਰ ਜੋ ਮਰਜ਼ੀ ਪਾ ਦਿਓ। ਤੁਸੀਂ ਇਹ ਦੱਸੋ ਬਈ ਵੈਸਟ ਬੰਗਾਲ 'ਚ, ਅਸਾਮ 'ਚ ਇਹ ਪ੍ਰਚਾਰ ਕਰਨ ਨਾਲ ਕਿਸਾਨ ਦਾ ਕੋਈ ਭਲਾ ਹੋਊਗਾ? ਇਹ ਤਾਂ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਲਈ, ਸਰਕਾਰ ਦੀ ਦਿੱਖ ਖਰਾਬ ਕਰਨ ਲਈ, BJP ਦੇ ਖਿਲਾਫ ਇਹਨਾਂ ਨੂੰ ਕਿਸਾਨ ਦਾ ਮੋਢਾ ਲੱਭ ਗਿਆ। ਸਾਰੇ ਆਪੋਜੀਸ਼ਨ ਵਾਲਿਆਂ ਨੂੰ ਉਸ ਦਾ ਇਹ ਕਰ ਰਹੇ ਆ ਸਾਰਾ। ਇਸ ਕਰਕੇ ਇਹ ਸਾਜ਼ਿਸ਼ ਹੈਗੀ ਇੱਕ ਬਹੁਤ ਬੜੀ। ਤੇ ਇਹ ਕਿਸਾਨ ਨਹੀਂ ਹੈਗੇ। ਕਿਸਾਨ ਲੀਡਰ ਜਿਹੜੇ ਹੈ ਨਾ, ਇਹ ਕਿਸਾਨ ਨਹੀਂ ਹੈਗੇ। ਇਹ ਤਾਂ ਆਪਣੀ ਵਿਚਾਰਧਾਰਾ ਦੇ ਪੂਰਕ ਨੇ, ਕਿਉਂਕਿ ਉੱਥੇ ਕਮਿਊਨਿਸਟਾਂ ਨੇ ਹਾਰਨਾ, ਉੱਥੇ ਮਮਤਾ ਨੇ ਹਾਰਨਾ, ਤੇ ਇਹਨਾਂ ਦੇ ਉਹ ਮਾਤਾ ਪਿਤਾ ਨੇ। ਇਸ ਕਰਕੇ ਇਹ ਸਾਰੇ ਜਿਹੜੇ ਆ ਇਹ ਉਸ ਪਾਸੇ ਲੱਗੇ ਹੋਏ ਆ। ਇਹ ਕੋਈ ਕਿਸਾਨ ਦਾ ਭਲਾ ਕਰਨ ਨਹੀਂ ਲੱਗੇ ਹੋਏ। ਔਰ ਮੈਂ ਅੱਜ ਦਾਅਵੇ ਨਾਲ ਇਹਨਾਂ ਨੂੰ ਚੈਲੰਜ ਕਰਦਾ, ਅਸੀਂ ਵੈਸਟ ਬੰਗਾਲ 2/3 ਮੈਜੋਰਿਟੀ ਲੈਣ ਜਾ ਰਹੇ ਹਾਂ। ਔਰ ਅਸੀਂ ਅਸਾਮ ਵੀ ਜਿੱਤਣ ਜਾ ਰਹੇ ਹਾਂ, ਅਸੀਂ ਪੌਂਡੀਚੇਰੀ ਵੀ ਜਿੱਤਣ ਜਾ ਰਹੇ ਹਾਂ। ਬਾਕੀ ਜਗ੍ਹਾ ਵੀ ਅੱਛਾ ਪਰਫਾਰਮ ਕਰਾਂਗੇ। ਜਿਹੜੇ ਜ਼ੋਰ ਲਾਉਣਾ ਲਾ ਕੇ ਦੇਖ ਲੈਣ। ਪੰਜਾਬ ਦੇ ਵਿਧਾਇਕਾਂ ਵੱਲੋਂ ਕੱਲ CM ਖੱਟੜ ਦਾ ਵਿਰੋਧ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ, ਅਕਾਲੀ ਦਲ ਦੇ। ਉਹ ਕਰੀ ਜਾਣ, ਉਹਨਾਂ ਨੂੰ ਕੌਣ ਪੁੱਛਦਾ ਜੀ? ਉਹ ਤਾਂ ਆਪਣੀ ਭਾਈਵਾਲੀ ਪਾਰਟੀ ਰਹੀ ਹੈ। ਸਾਡੀ ਕਿਹੜੀ ਭਾਈਵਾਲੀ ਆ ਉਹਨਾਂ ਨਾਲ? ਸਰਕਾਰ ਤਾਂ ਉਹਨਾਂ ਦੀ ਹੁੰਦੀ ਸੀ। ਸਾਨੂੰ ਤਾਂ ਐਵੇਂ ਪਾਪ ਲੱਗਦਾ ਸੀ, ਜਿੱਦਾਂ ਕਸਾਈ ਨੇ ਬੱਕਰਾ ਕੱਟਣਾ ਹੁੰਦਾ, ਸਾਹਮਣੇ ਬੰਦਾ ਖੜਾ ਹੁੰਦਾ, ਉਹ ਐਵੇਂ ਕਿਸੇ ਭੋਲੇ ਭਾਲੇ ਬੰਦੇ ਨੂੰ ਪੁੱਛ ਕੱਟ ਦੂੰ, ਮੇਰੇ ਵਰਗਾ ਮੁੰਡੀ ਹਿਲਾ ਕੇ ਅੱਧਾ ਪਾਪ ਲੈ ਲੈਂਦਾ। ਇਸ ਤਾਂ ਅੱਧਾ ਪਾਪ ਲਿਆ ਹੋਇਆ। ਲੰਮਾ ਸਮਾਂ ਤੁਹਾਡਾ ਸਾਥ ਰਿਹਾ ਉਹਨਾਂ ਨਾਲ, 9 ਮਾਸ ਦਾ ਰਿਸ਼ਤਾ ਵੀ ਰਿਹਾ। ਉਹ ਲੰਬਾ ਸਮਾਂ ਇਹੀ ਰਿਹਾ। ਅਸੀਂ ਉਹ ਗੁਨਾਹ ਕੀਤਾ, ਅਸੀਂ ਉਹ ਪਾਪ ਕੀਤਾ। ਹੁਣ ਅੱਗੇ ਉਹ ਪਾਪ ਕਰਨ ਨੂੰ ਤਿਆਰ ਨਹੀਂ। ਅਸੀਂ ਉਸ ਦਾ ਪਛਤਾਪ ਕਰ ਰਹੇ ਹਾਂ, ਲੋਕਾਂ ਦੀ ਸੇਵਾ ਕਰਕੇ ਕਰਾਂਗੇ। ਤੁਸੀਂ ਕਹਿ ਰਹੇ ਹੋ ਅਸੀਂ ਪਛਤਾਪ ਕਰ ਰਹੇ, ਲੋਕਾਂ ਦੀ ਸੇਵਾ ਕਰਾਂਗੇ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਲੈਕਸ਼ਨ ਲੜੂਗੇ? ਕਿਉਂਕਿ 2022 ਨੇੜੇ ਆ ਰਹੀ, 117 ਸੀਟਾਂ ਤੇ ਲੜੂਗੇ। ਕਿਉਂ ਨਹੀਂ ਲੜਾਂਗੇ? ਲੜਾਂਗੇ ਵੀ, ਜਿੱਤਾਂਗੇ ਵੀ।
ਤੁਸੀਂ ਕੀ ਸਮਝਦੇ ਹੋ ਸਾਡੇ ਉੱਥੇ 140 ਕਾਰਜਕਰਤਾ ਸ਼ਹੀਦ ਕਰਤੇ ਨੇ ਵੈਸਟ ਬੰਗਾਲ 'ਚ, ਉੱਥੇ ਹੀ ਸਰਕਾਰ ਬਣਾਉਣ ਜਾ ਰਹੇ ਹਾਂ। ਕਸ਼ਮੀਰ ਵੈਲੀ ਦੇ ਅੰਦਰ 26 ਸੀਟਾਂ ਵਿਧਾਨ ਸਭਾ ਦੀਆਂ ਸੀਗੀਆਂ ਪਹਿਲਾਂ, ਉਹਦੇ ਤੇ ਅਸੀਂ 26 ਦੀਆਂ 26 ਲੜਦੇ ਸੀ ਔਰ ਸਾਡੇ 5-7 ਕੈਂਡੀਡੇਟ ਸ਼ਹੀਦ ਕਰ ਦਿੱਤੇ ਜਾਂਦੇ ਸੀ ਉੱਥੇ, ਠੀਕ ਹੈ। ਉਸ ਦੇ ਬਾਵਜੂਦ ਵੀ ਭਾਜਪਾ ਨੇ ਉੱਥੇ ਵੀ ਸਰਕਾਰ ਬਣਾਈ। ਜੇ ਪੰਜਾਬ ਦੀ ਅੱਜ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ ਨੇ ਇੱਕ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਨੂੰ ਲੱਗਦਾ ਵੀ ਕੋਈ ਆਗੂ ਮੰਨਣਗੇ? ਉਹ ਵਿਰੋਧ 'ਚੋਂ ਹੀ ਵਿਕਾਸ ਹੁੰਦਾ ਭਾਈ, ਇਹ ਵਿਰੋਧ ਸਹਿਣੇ ਪੈਂਦੇ ਆ। ਜੇ ਜਨਤਾ ਜਾਣਾ ਸਾਰਾ ਕੁਝ ਹੋਊਗਾ, ਉਹਦੀ ਕੋਈ ਪਰਵਾਹ ਨਹੀਂ ਹੈ ਇਹਨਾਂ ਨੂੰ। ਇਹ ਮਾਰਨ ਨੂੰ ਤੁਰੇ ਫਿਰਦੇ ਆ, ਅਸੀਂ ਮਰਨ ਨੂੰ ਤੁਰੇ ਫਿਰਦੇ ਆ ਪੰਜਾਬ ਦੀ ਸ਼ਾਂਤੀ ਲਈ। ਆਹ ਫਰਕ ਆ ਬੀਜੇਪੀ ਤੇ ਇਹਨਾਂ ਦੀ ਸੋਚ। ਇਸ ਕਰਕੇ ਜੇ ਸੋਚਦੇ ਆ ਬੀਜੇਪੀ ਨੂੰ ਡਰਾ ਲੈਣਗੇ, ਬੀਜੇਪੀ ਨਹੀਂ ਡਰਨ ਵਾਲੀ, ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ। ਜੇ ਬਾਕੀ ਰਾਜਾਂ 'ਚ ਅਸੀਂ ਹੈਗੇ ਤਾਂ ਇੱਥੇ ਵੀ ਹੈਗੇ ਆ। ਇਹਨਾਂ ਨੂੰ ਸਮਝ ਲੈਣਾ ਚਾਹੀਦਾ 2 ਮਹੀਨਿਆਂ ਬਾਅਦ ਨਿਕਲਾਂਗੇ ਮੈਦਾਨ 'ਚ। ਇਹਨਾਂ ਨੂੰ 2 ਮਹੀਨਾ ਰੁਕੂਗੇ? 2 ਮਹੀਨਿਆਂ ਬਾਅਦ ਨਿਕਲਾਂਗੇ ਅਸੀਂ ਆਪਣੇ ਆਪ। ਤੁਸੀਂ ਇਹ ਗੱਲ ਕਰ ਰਹੇ ਹੋ 2 ਮਹੀਨੇ ਬਾਅਦ, 2 ਮਹੀਨੇ ਬਾਅਦ ਫਿਰ ਕੀ ਹਾਲਾਤ ਬਦਲ ਜਾਣਗੇ? ਕਿਸਾਨ ਤਾਂ ਅਜੇ ਵੀ ਡਟੇ ਹੋਏ ਨੇ, ਹੱਲ ਨਿਕਲਦਾ ਕੋਈ ਦਿਖ ਨਹੀਂ ਰਿਹਾ। ਕਿਸਾਨ ਸਾਨੂੰ ਵੋਟ ਕਰਨਗੇ। ਇਹ ਜਿਹੜੇ ਲੀਡਰ ਨੇ ਨਾ ਕਿਸਾਨਾਂ ਦੇ ਬਣੇ ਹੋਏ, ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਇਹ ਬੇਈਮਾਨ ਨੇ, ਉਹਨਾਂ ਨੇ ਇਹਨਾਂ ਨੂੰ ਘਰਾਂ 'ਚੋਂ ਕੱਢ ਕੇ ਕੁੱਟਣਾ, ਲੱਭਦੇ ਫਿਰਨਾ। ਜਦੋਂ ਤੱਕ ਗਰੇਵਾਲ ਸਾਹਿਬ ਹੱਲ ਨਹੀਂ ਹੋ ਸਕਦਾ, ਉਸ ਤਰ੍ਹਾਂ ਕਿਵੇਂ ਤੁਸੀਂ ਇਹ ਗੱਲ ਕਹਿੰਦੇ 2 ਮਹੀਨੇ ਤੱਕ ਤੁਹਾਨੂੰ ਲੱਗਦਾ ਕੋਈ ਹੱਲ ਨਿਕਲ ਜਾਏਗਾ? ਅਰੇ ਹੱਲ ਤਾਂ ਆ ਮਾਓਵਾਦੀਆਂ ਨੂੰ ਪਾਸੇ ਕਰੋ, ਕਮਿਊਨਿਸਟਾਂ ਨੂੰ 5 ਮਿੰਟ 'ਚ ਹੱਲ ਨਿਕਲੂਗਾ। ਨਿਕਲਿਆ ਹੋਇਆ ਹੱਲ ਸਾਰਾ ਹੀ ਨਿਕਲਿਆ ਹੋਇਆ। ਕਿੰਨੀਆਂ ਮੀਟਿੰਗਾਂ ਹੋ ਲਈਆਂ, ਕਿੰਨੀਆਂ ਗੱਲਾਂ ਹੋ ਲਈਆਂ, ਸਭ ਕੁਝ ਹੋਇਆ। ਇਹ ਗੱਲ ਲਾਸਟ ਤੇ ਕਰਦੇ ਆ, ਸਮਅਪ ਕਰਦੇ ਆ। ਮੀਟਿੰਗਾਂ ਦਾ ਦੌਰ ਬਹੁਤ ਲੰਮਾ ਸਮਾਂ ਹੋ ਗਿਆ, ਰੁਕ ਗਿਆ। 2 ਮਹੀਨੇ ਦੇ ਆਸ-ਪਾਸ ਸਮਾਂ ਹੋਣ ਲੱਗਾ, ਮੀਟਿੰਗਾਂ ਰੁਕ ਗਈਆਂ। ਕੁਝ ਨਹੀਂ ਰੁਕਿਆ, ਸਾਡੀ ਗੱਲ ਹੁੰਦੀ ਰਹਿੰਦੀ ਹੈ। ਹੁੰਦੀ ਰਹਿੰਦੀ ਹੈ? ਬਿਲਕੁਲ ਹੁੰਦੀ ਰਹਿੰਦੀ ਆ। ਉਹ ਕਿਹਨਾਂ ਨਾਲ? ਕਿਸਾਨਾਂ ਨਾਲ ਵੀ ਹੁੰਦੀ ਹੈ, ਸਭ ਨਾਲ ਹੁੰਦੀ ਹੈ। ਗੱਲ ਕਰਨ 'ਚ ਕੀ ਹੈ? ਆ ਹੁਣੇ ਕਰ ਦੇਣਾ ਤੁਹਾਡੇ ਸਾਹਮਣੇ। ਹੱਲ ਕਿਉਂ ਨਹੀਂ ਨਿਕਲ ਰਿਹਾ? ਤੁਸੀਂ ਕਹਿ ਰਹੇ ਹੋ ਗੱਲ ਹੁੰਦੀ ਰਹਿੰਦੀ ਹੈ ਸਾਡੇ। ਕਮਿਊਨਿਸਟ ਨਹੀਂ ਨਿਕਲਣ ਦੇ ਰਹੇ, ਵਿਚਾਰਧਾਰਕ ਲੜਾਈ ਹੈ ਉਹਨਾਂ ਦੀ ਕੋਈ ਕਿਸਾਨ ਦੇ ਹਿੱਤ ਦੀ ਲੜਾਈ ਲੜਨ ਆਏ ਆ। ਕਿਸਾਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ। ਤੁਸੀਂ ਆਪ ਕਹੋਗੇ ਵੀ ਸਾਰਾ ਕੁਝ ਤਾਂ ਕਰਤਾ, ਜਦੋਂ ਤੁਹਾਨੂੰ ਦੱਸਾਂਗੇ ਤੁਸੀਂ ਕਹੋਗੇ ਕਿ ਵੀ ਇਹ ਤਾਂ ਬੇਵਕੂਫੀ ਹੈ। ਫਿਰ ਇਹ ਕੰਮ ਜਿੱਦਣ ਇਹ ਕਿਸਾਨਾਂ ਦੀ ਗੱਲ ਸਮਝ ਆ ਗਈ, ਉਹਨਾਂ ਨੇ ਇਹਨਾਂ ਨੂੰ ਆਪੇ ਹੀ ਮਨਾ ਲੈਣਾ, ਫਿਰ ਬੰਦੇ ਬਣਾ ਦੇਣਗੇ। ਗੱਲ ਸਰਕਾਰ ਕੋਲ ਹਜੇ ਤੱਕ ਕਿਸਾਨਾਂ ਨੂੰ ਗੱਲ ਨਹੀਂ ਸਮਝਾ ਹੋਈ। 4 ਮਹੀਨੇ ਦੇ ਤਕਰੀਬਨ ਸਮਾਂ ਹੋ ਚੁੱਕਿਆ ਤੇ ਉਸ ਤੋਂ ਪਹਿਲਾਂ 3 ਮਹੀਨੇ ਪੰਜਾਬ ਦੀਆਂ ਬਰੂਹਾਂ ਤੇ ਵੀ। ਇੱਕ ਮਿੰਟ ਮੈਂ ਵੀ ਕਿਸਾਨ ਹਾਂ, ਜ਼ਮੀਨ ਆ ਮੇਰੇ ਕੋਲ ਵੀ। ਮੈਨੂੰ ਕੋਈ ਕਹੇ ਕਿ ਤੇਰੀ ਜ਼ਮੀਨ ਤੇ ਕਬਜ਼ਾ ਕਰ ਲਾਂਗੇ, ਤੇ ਮੈਂ ਕਹੂੰਗਾ ਵੀ ਜਾਂ ਤਾਂ ਮੈਂ ਤਾਂ ਕਾਨੂੰਨ ਮੰਨਣ ਵਾਲਾ ਬੰਦਾ ਕਿ ਮੈਂ ਜਾਂ ਤਾਂ ਮਰੂੰਗਾ ਜਾਂ ਤੁਹਾਨੂੰ ਮਾਰੂੰਗਾ। ਫਿਰ ਇੱਕ ਪਾਸਾ ਹੋਊ, ਆਓ ਕਰੋ, ਜ਼ਮੀਨ ਤੇ ਲਾਓ ਹੱਥ। ਉਹ ਕਿਸਾਨ ਇੱਦਾਂ ਮਰਨ ਤੇ ਹੋ ਕੇ ਗਿਆ। ਜੇ ਮੇਰੇ ਮਨ ਦੀ ਇਹ ਭਾਵਨਾ ਹੈਗੀ, ਉਹਨਾਂ ਦੀ ਨਹੀਂ ਹੈਗੀ। ਉਹ ਕੋਈ ਇਨਸਾਨ ਨਹੀਂ ਹੈਗੇ। ਤਾਂ ਇਸ ਕਰਕੇ ਉਹਨਾਂ ਨੂੰ ਗਲਤ ਸਮਝਾਇਆ ਹੋਇਆ। ਉਸ ਗਲਤ ਫਹਿਮੀ ਨੂੰ ਕੱਢਣ ਵਾਸਤੇ ਕਾਫੀ ਟਾਈਮ ਲੱਗਦਾ ਹੁੰਦਾ। ਇਹ ਇੰਨਾ ਆਸਾਨ ਨਹੀਂ ਹੁੰਦਾ। ਇਹਨਾਂ ਨੇ ਵੀ 8-10 ਸਾਲ ਲਾਏ ਨੇ। ਉਗਰਾਹਾਂ ਹੋਰਾਂ ਨੇ, ਮਾਓਵਾਦੀਆਂ ਨੇ। ਮਾਲਵੇ ਜਦੋਂ ਦੇ ਕੰਮ ਕਰਦੇ ਆ, ਮੈਂ ਰਿਪੋਰਟ ਲਿਖ ਕੇ ਦਿੰਦਾ ਰਿਹਾ। ਮੇਰੇ ਨਾਲ ਤਾਂ ਇਹ ਸਾਰੇ ਦਿੱਲੀ ਮਿਲਣ ਜਾਂਦੇ ਰਹੇ ਆ। ਗਰੇਵਾਲ ਸਾਹਿਬ ਗੱਲ ਤਾਂ ਉੱਥੇ ਹੈਗੀ, ਇਕੱਲਾ ਹੁਣ ਪੰਜਾਬ ਨਹੀਂ, ਹਰਿਆਣੇ ਦਾ ਕਿਸਾਨ ਵੀ ਆ, ਯੂਪੀ ਦਾ ਕਿਸਾਨ ਵੀ ਬਾਰਡਰਾਂ ਤੇ ਬੈਠਾ, ਰਾਜਸਥਾਨ ਦਾ ਕਿਸਾਨ ਵੀ ਬੈਠਾ ਹੋਇਆ। ਬਾਕੀ ਸੂਬਿਆਂ ਵਿੱਚ ਵੀ ਕਿਤੇ ਨਾ ਕਿਤੇ ਵਿਰੋਧ ਪ੍ਰਦਰਸ਼ਨ ਨਹੀਂ ਹੈ ਕੁਝ ਭਰਾਵਾ, ਕਿਤੇ ਨਹੀਂ ਹੈ। ਇੱਥੇ ਹੀ ਹੈ ਰੌਲਾ ਜ਼ਿਆਦਾ। ਤੇ ਹਰਿਆਣੇ ਦਾ ਤਾਂ 2 ਮਿੰਟ ਦਾ ਕੰਮ ਆ ਸਾਡਾ ਠੀਕ ਕਰਨਾ। ਇਹ ਤਾਂ ਕੈਪਟਨ ਅਮਰਿੰਦਰ ਨੇ ਤੇ ਇਹਨਾਂ ਨੇ ਅਕਾਲੀਆਂ ਨੇ ਕਰਵਾਇਆ ਹੋਇਆ। ਇਹ ਆਪਦਾ ਆਧਾਰ ਲੱਭਦੇ ਆ, ਇਹਦੇ 'ਚੋਂ ਰਾਜਨੀਤੀ ਖੋਜਦੇ ਆ। ਕਿਸਾਨ ਦਾ ਹਿੱਤ ਕੋਈ ਨਹੀਂ ਹੈ। ਕਿਸਾਨ ਤਾਂ ਅੱਜ ਪੰਜਾਬ ਦੇ ਲੋਕ ਪੂਰੀ ਦੁਨੀਆ 'ਚੋਂ ਮੰਨੇ ਹੁੰਦੇ ਸੀ, ਅੱਜ ਭੀਖ ਮੰਗਣ ਦੀ ਹਾਲਤ ਆ ਗਈ ਆ। ਲੋਕਾਂ ਨੂੰ, ਸਾਡੇ ਬੱਚਿਆਂ ਨੂੰ ਵਿਦੇਸ਼ਾਂ 'ਚ ਜਾ ਕੇ ਬੈਠਣਾ ਪੈਂਦਾ। ਇਹ ਜਿਨ੍ਹਾਂ ਨੇ ਅਕਾਲੀ ਦਲ ਨੇ ਔਰ ਇਹ ਕਾਂਗਰਸ ਨੇ ਰਾਜ ਕੀਤਾ ਪਿਛਲੇ 20 ਸਾਲ 'ਚ, ਉਹਨਾਂ ਨੇ ਇਹ ਦਸ਼ਾ ਕੀਤੀ। ਤੁਸੀਂ ਵੀ ਤਾਂ ਨਾਲ ਹੀ ਸੀਗੇ। ਗੱਲ ਤਾਂ ਫਿਰ ਕਿਤੇ ਨਾਲ ਨਹੀਂ ਸੀ। ਭਾਈ ਵਾਲੀ ਪਾਰਟੀ ਭਾਈਵਾਲੀ ਰਹੀ ਆ ਸਾਡੀ। ਭਾਈਵਾਲੀ ਕਾਹਦੀ ਸੀ? ਬੱਕਰੇ ਮੈਂ ਤੁਹਾਨੂੰ ਦੱਸ ਕੇ ਦੱਸਿਆ ਯਾਰ, ਸਾਡੇ ਪੱਲੇ ਕੁਛ ਨਹੀਂ ਸੀ। ਅਸੀਂ ਉਹਦੇ 'ਚ ਕਰ ਕੁਛ ਨਹੀਂ ਸਕਦੇ ਸੀ, ਕਰਦੇ ਤਾਂ ਇਹੀ ਸੀਗੇ। ਇਸ ਕਰਕੇ ਦੋਸ਼ੀ ਇਹ ਨੇ। ਲਾਸਟ ਤੇ ਜਾਂਦੇ ਸਿਰਫ ਕਿਸਾਨੀ ਅੰਦੋਲਨ ਬਾਰੇ ਕੀ ਸੋਚਦੇ ਹੋ ਤੇ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ? ਕੋਈ ਸਮਾਂ ਨਹੀਂ ਲੱਗਣਾ। ਮੈਂ ਤੁਹਾਨੂੰ ਕਿਹਾ ਨਾ, ਇਹ ਮਾਓਵਾਦੀਆਂ ਨੂੰ ਪਾਸੇ ਕਰੋ। 5 ਸੈਕਿੰਡ ਦੇ ਅੰਦਰ ਹੱਲ ਨਿਕਲਿਆ ਹੋਇਆ। ਸਾਰੀਆਂ ਗੱਲਾਂ ਮੰਨ ਲਈਆਂ ਨੇ ਇਹਨਾਂ ਦੀ। ਇੱਕ ਵੀ ਗੱਲ ਨਹੀਂ ਰਹੀ ਜਿਹੜੀ ਨਹੀਂ ਮੰਨੀ ਗਈ, ਸਾਰੀਆਂ ਹੀ ਮੰਨ ਲਈਆਂ। ਸੋ ਹਰਜੀਤ ਗਰੇਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਕੁਛ ਹੀ ਸਮੇਂ ਦੇ ਵਿੱਚ ਖਤਮ ਹੋ ਜਾਵੇਗਾ। ਫਿਲਹਾਲ ਕੁਛ ਆਗੂ ਨੇ ਜਿਨ੍ਹਾਂ ਨਾਲ ਟਾਈਅਪ ਜਾਂ ਸਮਝੌਤ ਜਾਂ ਗੱਲਬਾਤ ਸਮਝ ਨਹੀਂ ਆ ਰਹੀ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।